अस्सलाम वालेकुम मलिक साहब। जी वालेकुम सलाम वरहमतुल्लाह जी। यासीन कोक साहब की हाल है? ठीक हो? सर थोड़ी दुआ अल्लाह आसान। अल्लाह ਤੁਹਾਨੂੰ ਸਲਾਮਤ ਰੱਖੇ। ਅੱਛਾ, ਮੈਂ ਜਿਹੜੇ ਹਲਕਾ N 120 ਦੇ MN ਰਾਣਾ ਤਨਵੀਰ ਹੁਸੈਨ ਉਹਨਾਂ ਦੇ ਹਵਾਲੇ ਨਾਲ ਤੁਹਾਡਾ ਮੌਕਫ ਲੈਣਾ ਚਾਹ ਰਿਹਾ ਵੀ ਤੁਸੀਂ ਕੀ ਸਮਝਦੇ ਹੋ ਕਿ ਤੀਸਰੀ ਦਫਾ ਉਹ MN ਨੇ ਤੇ ਉਹਨਾਂ ਦੀ ਕਾਰਕਰਦਗੀ ਠੀਕ ਹੈ ਇਲਾਕੇ ਵਾਸਤੇ? जी उन्होंने कारकर्दगी जी है वो इलाके वास्ते 0/0 है। बिल्कुल ठीक। उन्होंने जिहड़ा साडे इलाके वास्ते कुछ नहीं किया जो कि वो कर सकते सन। वो वफाकी वजीर रहे ने और पावरफुल मिनिस्टर रहे ने, मैं समझना। बिल्कुल सही। और मुस्लिम लीग नून दे विच उन्हां दा जबरदस्त जिहड़ा किरदार और उन्हां दा अख्तियार है। मैं समझना मुस्लिम लीग नून विच मियां नवाज शरीफ लैवल दे जिहड़े लीडर ने उन्हां च शुमार हुंदा है राणा तनवीर साहब दा। रीढ़ दी हड्डी रही यानी कि पार्टी दे अंदर। बिल्कुल ठीक। साडे हल्के वास्ते उन्हां कुछ भी नहीं कीता। अच्छा, ਉਹ ਵੋਟ ਤਾਂ ਇਧਰੋਂ ਹੀ ਲੈਂਦੇ ਨੇ, ਇਧਰੋਂ ਹੀ ਜਿੱਤਦੇ ਨੇ। ਮੁਰੀਦ ਕਹਿ ਤਾਂ ਉਹ ਮਤਲਬ ਪਿਛਲਾ ਇਲੈਕਸ਼ਨ ਵੀ ਹਾਰ ਗਏ ਨੇ। ਹਾਂਜੀ। ਤੇ ਤੁਸੀਂ ਕੀ ਸਮਝਦੇ ਹੋ ਵੀ ਵੋਟ ਲੈਣ ਤੋਂ ਬਾਅਦ ਤੇ ਇਥੋਂ MN ਮੁੰਤਖਬ ਹੋਣ ਤੋਂ ਬਾਅਦ ਵੀ ਸਾਡੇ ਇਲਾਕੇ ਵਾਸਤੇ ਕੰਮ ਨਹੀਂ ਕਰਦੇ? ਇਹਦੀ ਕੀ ਵਜ੍ਹਾ? ਉਹਨਾਂ ਦੇ ਜ਼ਿਹਨ 'ਚ ਕੀ ਸੋਚ ਹੈ ਵੀ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਜੀ ਮੈਂ ਅਗਰ ਕੰਮ ਨਹੀਂ ਕਰਾਂਗਾ ਤੇ ਅਗਲੀ ਦਫਾ ਲੋਕ ਮੈਨੂੰ ਵੋਟ ਨਹੀਂ ਦੇਣਗੇ? ਉਹਨਾਂ ਦੇ ਜ਼ਿਹਨ 'ਚ ਇਹ ਗੱਲ ਹੈ ਜੀ, ਸਾਡੀ ਆਵਾਮ ਜਿਹੜੀ ਹੈ ਤੇ ਮੀਆਂ ਨਵਾਜ਼ ਸ਼ਰੀਫ ਦੀ ਦੀਵਾਨੀ ਹੈ ਜੀ। ਤੇ ਸ਼ੇਰ ਤੇ ਮੋਹਰ ਲਾਉਣ ਲੱਗੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ। ਅੱਖਾਂ ਮੀਟ ਕੇ ਸ਼ੇਰ ਤੇ ਮੋਹਰ ਲਾ ਦਿੰਦੀ ਸਾਡੀ ਆਵਾਮ। ਯਾਨੀ ਕੰਮ ਨੂੰ ਨਹੀਂ ਵੇਖਦੀ, ਬਸ ਨਵਾਜ਼ ਸ਼ਰੀਫ ਦੀ ਦੀਵਾਨੀ। ਵੋਟ ਪਹਿਲਾਂ ਪਾ ਹੀ ਦੇਣਾ ਤੇ ਕੰਮ ਕਰਨਾ ਤੇ ਤਾਂ ਵੀ ਪਾ ਦੇਣਾ, ਤੇ ਨਹੀਂ ਵੀ ਕੰਮ ਕਰਨਾ ਵੋਟ ਤਾਂ ਵੀ ਪੈ ਜਾਣਾ। ਜੀ ਬਿਲਕੁਲ, ਨਵਾਜ਼ ਸ਼ਰੀਫ ਨੂੰ ਵੋਟ ਪੈ ਜਾਣਾ। ਸਾਡਾ ਹਲਕਾ ਨੂਨ ਲੀਗ ਦਾ ਗਿਣਿਆ ਜਾਂਦਾ ਹੈ ਜੀ ਜੀ। ਔਰ ਇਹਦੇ 'ਚ ਹਵਾ ਚੱਲ ਰਹੀ ਹੈ ਕਿ ਨੂਨ ਲੀਗ ਦਾ ਹਲਕਾ ਹੈ। ਬਿਲਕੁਲ ਇਸੇ ਗੱਲ ਤੇ ਜਿਹੜਾ ਸ਼ੇਰ 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 ਕਰਕੇ ਲੋਕ ਵੋਟ ਪਾ ਦਿੰਦੇ ਨੇ। ਹਾਲਾਂਕਿ ਮੈਂ ਸਮਝਦਾ ਵਾ ਰਾਣਾ ਸਾਹਿਬ ਨੇ ਇੱਥੇ ਕੋਈ ਐਸਾ ਕੰਮ ਨਹੀਂ ਕੀਤਾ, ਕੋਈ ਵੱਡੀ ਯੂਨੀਵਰਸਿਟੀ ਨਹੀਂ ਦਿੱਤੀ ਸਾਡੇ ਹਲਕੇ 'ਚ, ਕੋਈ ਮਤਲਬ ਜਿੱਡੇ ਵੱਡੇ ਲੀਡਰ ਨੇ ਕੋਈ ਵੀ ਉਸ ਲੈਵਲ ਦਾ ਕੰਮ ਨਹੀਂ ਕੀਤਾ। ਉਸ ਲੈਵਲ ਦਾ ਕੰਮ ਨਹੀਂ ਕੀਤਾ। ਸੜਕਾਂ ਤਾਂ ਫਿਰ ਬੰਦੀਆਂ ਬਣਾਉਣੀਆਂ ਰਹਿੰਦੀਆਂ ਨੇ। ਹਾਂਜੀ, ਵੇਖੋ ਸੜਕ ਅਗਰ ਕੋਈ ਬਣਦੀ ਹੈ ਨਾ ਜੀ, ਕੋਈ ਨਿੱਕੀ ਮੋਟੀ ਕਿਸੇ ਪਿੰਡ ਨੂੰ ਬਣਾ ਦਿੰਦੇ ਨੇ ਤੇ ਉਹ ਇੱਕ ਪਿੰਡ ਨੂੰ ਫਾਇਦਾ ਹੁੰਦਾ ਹੈ, ਇਲਾਕੇ ਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਹਾਂਜੀ ਜੀ। ਅੱਛਾ, ਯਾਨੀ ਕਿ ਔਰ ਦੂਸਰੀ ਚੀਜ਼ ਇਹ ਵੀ ਹੈ ਕਿ ਵੇਖੋ 12-13 ਸਾਲ 'ਚ ਰਾਣਾ ਸਾਹਿਬ ਨੇ ਇੱਥੇ ਇੱਕ ਦਫ਼ਤਰ ਤੱਕ ਕਾਇਮ ਨਹੀਂ ਕੀਤਾ ਹੈਗਾ। ਹਾਂਜੀ। ਇਹਦੀ ਕੀ ਵਜ੍ਹਾ ਹੋ ਸਕਦੀ ਹੈ? ਬੰਦੇ ਕੰਮ ਕਰਾਉਣ ਮਰੀਦ ਕੇ ਜਾਂਦੇ ਨੇ ਤੇ ਜਾਂ ਫਿਰ ਉਹ ਕਦੀ ਜਦੋਂ ਕੋਈ ਖੁਸ਼ੀ ਗਮੀ ਹੋਵੇ ਚੱਕਰ ਲਾ ਜਾਂਦੇ ਨੇ ਇੱਥੋਂ? ਇਹਦੀ ਵਜ੍ਹਾ ਇਹ ਜੀ, ਸਾਡੇ ਲੋਕ ਜਿਹੜੇ ਨੇ ਉਹ ਇੰਨੇ ਹੀ ਗਿਰ ਚੁੱਕੇ ਨੇ ਔਰ ਇੰਨੇ ਹੀ ਉਹਨਾਂ ਦੇ ਉਹ ਗੁਲਾਮ ਹੀ, ਮੈਂ ਤਾਂ ਕਹਾਂਗਾ ਜੀ ਗੁਲਾਮ ਨੇ। ਪਰਵਾਹ ਹੀ ਨਹੀਂ, ਸ਼ਰਮ ਹੀ ਨਹੀਂ ਆਉਂਦੀ ਉੱਥੇ ਜਾਣ ਲੱਗਿਆ। ਬਿਲਕੁਲ ਠੀਕ। ਮਰੀਜ਼ ਕਿਸ ਦਾ ਸਫ਼ਰ ਕਰਨ ਲੱਗਿਆ ਉੱਥੇ ਵੀ ਜਾ ਕੇ ਬੜਾ ਮੌਤਬਾਨਾ ਤਰੀਕੇ ਨਾਲ ਸਾਡੇ ਆਵਾਮ ਜਿਹੜੀ, ਸਾਡੇ ਲੋਕ ਜਿਹੜੇ ਨੇ ਉੱਥੇ ਉਹਨਾਂ ਨਾਲ ਗੁਜ਼ਾਰਸ਼ਾਤ ਕਰਦੇ ਨੇ। ਬਿਲਕੁਲ ਚੁੱਕ ਕੇ ਗੱਲ ਨਹੀਂ ਕਰ ਸਕਦਾ। ਅੱਛਾ ਕੋਕ ਸਾਹਿਬ, ਨੂੰ ਕਿਹਨੇ ਕਹਿਣਾ? ਕੋਕ ਸਾਹਿਬ, ਤੁਸੀਂ ਵੀ ਚੂੰਕਿ ਹੁਣ ਸ਼ਰਕਪੁਰ ਸ਼ਰੀਫ ਦੇ ਸ਼ਹਿਰੀ ਹੋ, ਗਾਜ਼ੀਪੁਰ ਵੀ ਸ਼ਰਕਪੁਰ ਦਾ ਹਿੱਸਾ ਹੈ, ਤੇ ਬਤੌਰ ਸ਼ਰਕਪੁਰ ਸ਼ਰੀਫ ਦਾ ਸ਼ਹਿਰੀ ਹੋਣ ਦੀ ਹਸੀਅਤ ਦੇ ਨਾਲ ਮੈਂ ਜਿਹੜਾ ਨਾ ਇਹ ਵੀ ਸਵਾਲ ਤੁਹਾਡੇ ਕੋਲੋਂ ਅਗਲਾ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਸਮਝਦੇ ਹੋ ਕਿ ਆਇਆ ਜਿਹੜਾ ਮੁਸਤਕਬਲ ਹੈ ਸ਼ਹਿਰ ਦੇ ਅੰਦਰ ਉਹ ਇਸ ਤਰ੍ਹਾਂ ਹੀ ਰਹੇਗਾ, ਲੋਕ ਇੰਝ ਹੀ ਰਹਿਣਗੇ ਕਿ ਸਿਰਫ ਨੂਨ ਲੀਗ ਜਾਂ ਕੁਝ ਤਬਦੀਲੀ ਵੀ ਆ ਸਕਦੀ ਹੈ? ਜੀ ਇਨਸ਼ਾਅੱਲਾ ਮੈਂ ਉਮੀਦ ਰੱਖਣਾ ਕਿ ਲੋਕਾਂ ਨੂੰ ਸ਼ੌਰ ਆਇਆ ਹੈ ਸੋਸ਼ਲ ਮੀਡੀਆ ਦੇ ਤਵੱਸਲ ਨਾਲ। ਜੀ ਜੀ। ਔਰ ਤਬਦੀਲੀ ਆਵੇਗੀ ਇਨਸ਼ਾਅੱਲਾ। ਬਿਲਕੁਲ ਠੀਕ ਹੋ ਗਿਆ। ਤੇ ਅੱਛਾ ਕੋਕ ਸਾਹਿਬ, ਇਹ ਵੀ ਇੱਕ ਸਵਾਲ ਹੈ ਤੁਹਾਡੇ ਤੇ ਕਿ ਇਹ ਦੱਸੋ ਕਿ ਅਗਰ ਅੱਲਾਹ ਤਾਲਾ ਤੁਹਾਨੂੰ ਕੋਈ ਮੌਕਾ ਦੇਵੇ ਜਾਂ ਤੁਹਾਡੇ ਜਿਹੜੇ ਆਪਣਾ ਭਾਈ ਅਸਲਮ ਕੋਕ ਸਾਹਿਬ ਨੇ ਉਹਨਾਂ ਨੂੰ ਕੋਈ ਮੌਕਾ ਦੇਵੇ ਤੇ ਤੁਸੀਂ ਆਪਣੇ ਪਿੰਡ ਵਾਸਤੇ ਔਰ ਆਪਣੀ ਜਿਹੜੀ ਤੁਹਾਡੀ ਨੇਬਰ ਹੈੱਡ ਕਾਉਂਸਲ ਹੈ ਉਹਦੇ ਵਾਸਤੇ ਕੀ ਕੰਮ ਕਰੋਗੇ? ਜੀ ਅਸੀਂ ਆਪਣੇ ਪਿੰਡ ਵਾਸਤੇ, ਇੱਕ ਤਾਂ ਸਾਡੇ ਪਿੰਡ ਵਾਸਤੇ ਕੋਈ ਗਰਾਊਂਡ ਨਹੀਂ ਹੈ ਜੀ ਬੱਚਿਆਂ ਦੇ ਖੇਲਣ ਵਾਸਤੇ, ਕ੍ਰਿਕਟ ਗਰਾਊਂਡ ਜੀ, ਉਹ ਇਨਸ਼ਾਅੱਲਾ ਆਪਣੇ ਪਿੰਡ ਵਾਸਤੇ ਜਿਹੜਾ ਹੈ ਉਹ ਪੂਰੀ ਕੋਸ਼ਿਸ਼ ਕਰਕੇ ਉਹ ਦਿਲਵਾਵਾਂਗੇ। ਪਾਰਕ ਵਗੈਰਾ ਦਿਆਂਗੇ ਆਪਣੇ ਪਿੰਡ ਵਾਸਤੇ, ਲੋਕ ਸੈਰੋ ਤਫਰੀਹ ਕਰ ਸਕਣ ਜੀ। ਔਰ ਸਾਡੇ ਪਿੰਡ ਦਾ ਇੱਕ ਹੋਰ ਵੀ ਹੈ ਜਿਹੜਾ ਸੀਵਰੇਜ ਦਾ ਸਿਸਟਮ ਨਿਜ਼ਾਮ ਹੈ ਜੀ, ਇਹ ਖਰਾਬ ਹੈ, ਇਹਦੇ ਵਾਸਤੇ ਇਨਸ਼ਾਅੱਲਾ ਕਰਾਂਗੇ। ਬਿਲਕੁਲ ਠੀਕ। ਔਰ ਅਸੀਂ ਆਪਣੇ ਪਿੰਡ ਇੱਕ ਛੋਟਾ ਹੌਸਪੀਟਲ ਵੀ ਲੈ ਕੇ ਆਵਾਂਗੇ। ਬਿਲਕੁਲ ਠੀਕ ਹੋ ਗਿਆ, ਜਿਹੜਾ ਕਿ ਇੱਥੇ ਲੋਕ ਆਪਣਾ ਇਲਾਜ ਮੁਆਵਜ਼ਾ ਕਰਾ ਸਕਣ।
ਔਰ ਆਪਣੇ ਇੱਥੇ ਪਿੰਡ ਅਸੀਂ ਜਿਹੜਾ ਉਹ ਹਾਈ ਸਕੂਲ ਲੜਕਿਆਂ ਦਾ ਔਰ ਲੜਕੀਆਂ ਦਾ, ਖਾਸ ਕਰਕੇ ਲੜਕੀਆਂ ਦਾ। ਅੱਛਾ, ਹੁਣ ਕਿੰਨਵੀਂ ਤੱਕ? ਕਿੰਨਵੀਂ ਮਤਲਬ 5ਵੀਂ ਤੱਕ ਹੈ ਜਾਂ 8ਵੀਂ ਤੱਕ ਹੈ? ਇੱਥੇ ਲੜਕੀਆਂ ਦਾ ਮਿਡਲ ਹੈ ਜੀ, ਤੇ ਲੜਕਿਆਂ ਦਾ ਪ੍ਰਾਇਮਰੀ ਹੈ। ਤੇ ਵੈਸੇ ਮਿਡਲ ਦੀ ਜਿਹੜੀ ਹੈ ਨਾ ਇਮਾਰਤ ਉਹ ਮੁਕੰਮਲ ਹੋ ਚੁੱਕੀ ਹੈ, ਹਾਲੇ ਕਲਾਸਾਂ ਸਟਾਰਟ ਨਹੀਂ ਹੋਈਆਂ। ਬਿਲਕੁਲ ਠੀਕ ਹੋ ਗਿਆ। ਉਹਨੂੰ ਇਨਸ਼ਾਅੱਲਾ ਹਾਈ ਕਰਾਵਾਂਗੇ, ਲੜਕੀਆਂ ਦੇ ਪਹਿਲੋਂ ਔਰ ਲੜਕਿਆਂ ਦੇ ਬਾਅਦ ਵਿੱਚ ਇਨਸ਼ਾਅੱਲਾ। ਬਿਲਕੁਲ ਠੀਕ ਹੈ। ਅੱਛਾ ਕੋਕ ਸਾਹਿਬ, ਇਹ ਵੀ ਸਵਾਲ ਹੈ ਕਿ N120 ਦੇ ਵਿੱਚ ਜਿਹੜਾ ਸ਼ਰਕਪੁਰ ਸ਼ਰੀਫ ਹੈ, ਇਹ ਵੀ ਇੱਕ ਰੀੜ ਦੀ ਹੱਡੀ ਰੱਖਦਾ ਹੈ। ਜਿਹੜਾ ਬੰਦਾ ਸ਼ਰਕਪੁਰ ਔਰ ਗਿੱਦੜਬਾਹਾ ਦੇ ਪਿੰਡਾਂ 'ਚੋਂ ਵੋਟ ਮਤਲਬ ਜ਼ਿਆਦਾ ਵੋਟ ਲੈ ਕੇ ਨਿਕਲਦਾ ਹੈ ਤੇ ਉਹਦੀ ਕਾਮਯਾਬੀ ਯਕੀਨਨ ਉਸ MNA ਦੀ ਹਲਕੇ 'ਚ ਯਕੀਨੀ ਹੋ ਜਾਂਦੀ ਹੈ। ਹਾਂਜੀ, ਠੀਕ ਹੋ ਗਿਆ ਨਾ ਜੀ। ਤੇ ਆਇਆ ਬਿਹਤਰ ਨਹੀਂ ਕਿ ਤੁਸੀਂ ਕੀ ਸਮਝਦੇ ਇਸ ਹਵਾਲੇ ਨਾਲ ਕਿ ਕੋਈ ਸਾਡਾ MNA ਸਾਡੇ ਸ਼ਹਿਰ 'ਚੋਂ ਹੀ ਕੋਈ ਆ ਜਾਵੇ ਜਿਹਨੂੰ ਅਸੀਂ ਜਾ ਕੇ ਆਸਾਨੀ ਨਾਲ ਮਿਲ ਸਕੀਏ, ਆਪਣਾ ਮਸਲਾ ਦੱਸ ਸਕੀਏ? ਜੀ ਬਿਲਕੁਲ, ਸਾਡੇ ਸ਼ਹਿਰ ਦਾ ਹੀ ਹੋਣਾ ਚਾਹੀਦਾ। ਮੈਂ ਸਮਝਦਾ ਅਲੀ ਅਸਗਰ ਮੰਡਾ ਸਾਹਿਬ ਹੈ ਤੇ ਨਵਾਂਕੋਟ ਦੇ ਨੇ, ਨਾਲ ਹੀ ਮੰਡੀ ਫੈਜ਼ਾਬਾਦ ਦੇ ਉਹਨਾਂ ਦਾ ਪਿੰਡ ਹੈ, ਲੇਕਿਨ ਉਹ ਸ਼ਰਕਪੁਰ ਦੇ ਸ਼ਹਿਰੀ ਨੇ। ਇੱਥੇ ਹੀ ਜ਼ਿਆਦਾ ਉਹਨਾਂ ਦੀ ਐਕਟੀਵਿਟੀ ਹੈ। ਇੱਥੇ ਉਹਨਾਂ ਡੇਰਾ ਵੀ ਬਣਾਇਆ ਹੈ ਆਪਣਾ, ਔਰ ਇੱਥੇ ਬਹੁਤ ਜ਼ਿਆਦਾ ਟਾਈਮ ਦਿੰਦੇ ਨੇ। ਹਰ ਗਮੀ ਖੁਸ਼ੀ, ਹਰ ਮੈਂ ਸਮਝਦਾ ਆਪਣੇ ਵੋਟਰ ਸਪੋਰਟਰ, ਹਰ ਸਾਰੀ ਆਵਾਮ ਦੇ ਉੱਤੇ ਉਹ ਹਰ ਵਕਤ ਸ਼ਰਕਪੁਰ ਦੇ ਸ਼ਹਿਰੀਆਂ ਵਾਸਤੇ ਆਪਣੇ ਜਿੰਨੀ ਕੁ ਉਹਨਾਂ ਕੋਲ ਰਿਸੋਰਸਿਸ ਹੈਗੇ ਨੇ ਉਸ ਹਵਾਲੇ ਨਾਲ ਹਰ ਬੰਦੇ ਦੇ ਉੱਤੇ ਖੜੇ ਹੁੰਦੇ ਨੇ, ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਔਰ ਸ਼ਹਿਰੀ ਨੇ, ਸ਼ਰਕਪੁਰ ਦੇ ਸ਼ਹਿਰੀ। ਬਿਲਕੁਲ ਠੀਕ ਹੈ। ਅੱਛਾ ਕੋਕ ਸਾਹਿਬ, ਸਵਾਲ ਪਾਰਟੀ ਦੀ ਤਰਫੋਂ ਵੀ ਹੋ ਜਾਂਦਾ ਹੈ ਔਰ ਆਪੋਜੀਸ਼ਨ ਦੇ ਬਾਰੇ ਵੀ ਪੁੱਛਿਆ ਜਾ ਸਕਦਾ ਹੈ। ਮੈਂ ਇਹ ਪੁੱਛਣਾ ਚਾਹਾਂਗਾ ਕਿ ਮੀਆਂ ਜਲੀਲ ਸਾਹਿਬ ਨੇ 2 ਕੰਮ ਬੜੇ ਵੱਡੇ ਇਲਾਕੇ ਦੇ ਕੀਤੇ ਨੇ। ਇੱਕ ਤਾਂ ਸ਼ਰਕਪੁਰ ਦੀ ਗੈਸ ਦਾ ਮਸਲਾ, ਅੱਜ ਆਸਾਨੀ ਨਾਲ ਹਰ ਮਾਂ ਭੈਣ ਜਿਹੜੀ ਹੈ ਉਹ ਚੁੱਲ੍ਹਾ ਬਾਲ ਕੇ ਰੋਟੀ ਪਕਾ ਸਕਦੀ ਹੈ, ਲੋਡ ਸ਼ੈਡਿੰਗ ਸੀ ਬੜੀ ਗੈਸ ਦੀ। ਔਰ ਦੂਜਾ ਇਹ ਜਿਹੜਾ ਮਨਸੂਬਾ ਹੈ ਆਪਣਾ, ਜਿਹਦੇ 'ਚ ਉਹਨਾਂ ਵਜ਼ੀਰ ਆਲਾ ਦਾ ਤਕਰੀਬਨ ਸਾਰਾ ਪ੍ਰੋਟੋਕੋਲ ਵੀ ਮੀਆਂ ਜਲੀਲ ਅਹਿਮਦ ਸ਼ਰਕਪੁਰੀ ਨੂੰ ਦਿੱਤਾ ਗਿਆ ਹੈ। ਇਹ ਜਿਹੜੀ ਸੜਕ ਸੱਗੀਆਂ ਚੌਂਕ ਬਣਾਈ ਜਾ ਰਹੀ ਹੈ, ਇਹ 2 ਵੱਡੇ ਕੰਮ ਜਿਹੜੇ ਨੇ ਮੀਆਂ ਜਲੀਲ ਸਾਹਿਬ ਨੇ ਕੀਤੇ ਨੇ। ਤੇ ਮੀਆਂ ਸਾਹਿਬ ਦੇ 2 ਕੰਮਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹਦੇ ਤੇ ਤੁਹਾਡੀ ਕੀ ਰਾਏ ਹੈ? ਇਹ ਗੈਸ ਦਾ ਵੀ ਕੰਮ ਮੀਆਂ ਸਾਹਿਬ ਨੂੰ ਕ੍ਰੈਡਿਟ ਜਾਂਦਾ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ। ਬਿਲਕੁਲ ਠੀਕ ਹੈ। ਔਰ ਮੈਂ ਸਮਝਦਾ ਕਿ ਅੱਛਾ ਕੰਮ ਹੈ, ਉਹਨਾਂ ਦੀ ਮਿਹਰਬਾਨੀ ਹੈ, ਆਵਾਮ ਵਾਸਤੇ ਬੜਾ ਅੱਲਾ ਕੰਮ ਉਹਨਾਂ ਕੀਤਾ। ਬਾਕੀ ਜਿਹੜਾ ਸੱਗੀਆਂ ਵਾਲਾ ਕੰਮ ਹੈ ਉਹਦੇ 'ਚ ਅਲੀ ਅਸਗਰ ਮੰਡਾ ਸਾਹਿਬ ਦਾ ਵੀ ਕਾਫੀ ਕਿਰਦਾਰ ਹੈ। ਬਾਕੀ ਮੀਆਂ ਸਾਹਿਬ ਨੇ ਵੀ ਉਹਦੇ 'ਚ ਕੋਸ਼ਿਸ਼ ਕੀਤੀ ਹੈ। ਮੀਆਂ ਸਾਹਿਬ ਨੇ ਫਲੈਕਸਾਂ ਲਵਾ ਕੇ ਜਾਂ ਵਜ਼ੀਰ ਆਲਾ ਸਾਹਿਬ ਆਏ, ਉਹਨਾਂ ਜਿਹੜਾ ਐਪਰੀਸ਼ੀਏਟ ਕੀਤਾ, ਉਹਨਾਂ ਕ੍ਰੈਡਿਟ ਲਿਆ ਹੈ ਜੀ। ਤੇ ਮੈਂ ਉਹਨਾਂ ਨੂੰ ਵੀ ਸਰਾਹਨਾ ਕਿ ਉਹਨਾਂ ਦੀ ਵੀ ਜਿਹੜੀ ਉਹਦੇ ਵਿੱਚ ਕੋਸ਼ਿਸ਼ ਕਾਵਿਸ਼ ਹੈ, ਬੜਾ ਅੱਛਾ ਕੰਮ ਕੀਤਾ। ਉਹਨਾਂ ਆਵਾਮ ਦਾ ਬੜਾ ਵੱਡਾ ਮੁਤਾਲਬਾ ਸੀ ਤੇ ਬੜਾ ਵੱਡਾ ਕੰਮ ਹੋਇਆ, ਔਰ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਅਲੀ ਅਸਗਰ ਮੰਡਾ ਸਾਹਿਬ ਦੀ ਵੀ ਬਹੁਤ ਕੋਸ਼ਿਸ਼ ਕਾਵਿਸ਼ ਹੈ। ਬਿਲਕੁਲ ਠੀਕ ਹੋ ਗਿਆ। ਅੱਛਾ ਕੋਕ ਸਾਹਿਬ, ਇੱਕ ਆਖਰੀ ਸਵਾਲ ਹੈ ਤੁਹਾਡੇ ਕੋਲ ਕਿ ਤੁਸੀਂ ਆਪਣਾ ਇਸ ਵੇਲੇ ਕਿਹੜੀ ਪਾਰਟੀ ਦੇ ਨਾਲ ਖੜੇ ਹੋ? PTI ਨਾਲ ਖੜੇ ਹੋ ਜਾਂ ਨੂਨ ਲੀਗ ਨਾਲ ਖੜੇ ਹੋ ਜਾਂ ਤੁਸੀਂ ਆਪਣੇ ਧੜੇ ਦੇ ਨਾਲ ਖੜੇ ਹੋ? ਮਤਲਬ ਤੁਹਾਡੀ ਪਾਰਟੀ ਕਿਹੜੀ ਹੈ, ਜ਼ਰਾ ਇਹ ਆਵਾਮ ਨਾਲ ਕਲੀਅਰ ਕਰ ਦਿਓ। ਜੀ ਮੈਂ ਜਨਾਬ ਚੌਧਰੀ ਅਲੀ ਅਸਗਰ ਮੰਡਾ ਸਾਹਿਬ ਦਾ ਸਾਥੀ ਹਾਂ। ਬਿਲਕੁਲ ਠੀਕ ਹੈ। ਉਹਨਾਂ ਦੀ ਵਜ੍ਹਾ ਤੋਂ ਮੈਂ ਮੁਸਲਿਮ ਲੀਗ ਨੂਨ ਨੂੰ ਛੋੜ ਕੇ ਤੇ PTI ਜੁਆਇਨ ਕੀਤੀ। ਬਿਲਕੁਲ ਠੀਕ ਹੈ। ਤੇ ਕੱਲ ਨੂੰ ਅਗਰ ਉਹ ਦੁਬਾਰਾ ਨੂਨ ਲੀਗ ਚਲੇ ਜਾਂਦੇ ਨੇ? ਵੇਖੋ ਜੀ, ਇਹ ਸਿਆਸਤ ਹੈ, ਸਿਆਸਤ 'ਚ ਆਖਰ ਹਰਫ ਕੋਈ ਨਹੀਂ ਜੀ। ਤੇ ਮੇਰੇ ਕੋਲ ਹਾਲੇ ਕੋਈ ਐਸੀ ਖਬਰ ਜਾਂ ਐਸੀ ਗੱਲ ਕੋਈ ਨਹੀਂ। ਮੇਰੀ ਆ ਥੋੜੇ ਦਿਨ ਉਹਨਾਂ ਨਾਲ ਮੁਲਾਕਾਤ ਹੋਈ, ਪਰਸੋਂ ਚੌਥ ਪਿੰਡ ਗਾਜ਼ੀਪੁਰ ਆਏ ਸਨ। ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਆਪਾਂ ਅਗਲਾ ਕੀ ਆਪਣਾ ਲੈ ਅਮਲ ਹੈ? ਉਹਨਾਂ ਕਿਹਾ ਕਿ ਅਸੀਂ PTI ਦੇ ਨਾਲ ਹਾਂ ਔਰ PTI ਤੋਂ ਅਸੀਂ MNA ਇਲੈਕਸ਼ਨ ਲੜਾਂਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਔਰ PTI ਸਾਨੂੰ MNA ਦਾ ਟਿਕਟ ਜਾਰੀ ਕਰੇਗੀ। ਬਿਲਕੁਲ ਠੀਕ ਹੋ ਗਿਆ। ਯਾਨੀ ਤੁਸੀਂ ਅਲੀ ਅਸਗਰ ਮੰਡਾ ਸਾਹਿਬ ਦੇ ਨਾਲ, ਤੁਸੀਂ ਹਾਜੀ ਅਲੀ ਅਸਗਰ ਮੰਡਾ ਸਾਹਿਬ ਦੇ ਨਾਲ ਉਹਨਾਂ ਦਾ ਗਰੁੱਪ ਜਿਹੜਾ ਉਹ ਕੋਈ ਵੀ ਹੋਵੇ, ਨੂਨ ਲੀਗ 'ਚ ਹੋਣ, ਆਜ਼ਾਦ ਹੋਣ ਜਾਂ PTI 'ਚ ਹੋਣ, ਇਹ ਕਹਿਣਾ ਚਾਹ ਰਹੇ? ਬਿਲਕੁਲ, ਮੈਂ ਅਲੀ ਅਸਗਰ ਮੰਡਾ ਸਾਹਿਬ ਦਾ ਸਾਥੀ ਹਾਂ, ਉਹਨਾਂ ਦੇ ਨਾਲ ਮੰਡਾ ਗਰੁੱਪ ਜੀ। ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਤੁਸੀਂ ਟਾਈਮ ਦਿੱਤਾ ਤੇ ਅੱਲਾਹ ਪਾਕ ਜਿਹੜਾ ਉਹ ਤੁਹਾਨੂੰ ਸਲਾਮਤ ਰੱਖੇ ਔਰ ਇਲਾਕੇ ਦੀ ਫਲਾਹ ਬਬੂਦ ਵਾਸਤੇ ਜਿਹੜਾ ਸਾਰੇ ਸਿਆਸਤਦਾਨਾਂ ਨੂੰ ਕੰਮ ਕਰਨ ਦੀ ਤੌਫੀਕ ਅਤਾ ਫਰਮਾਏ ਜੀ। ਫੀ ਅਮਾਨ ਅੱਲਾਹ ਜੀ। अस्सलाम वालेकुम। वालेकुम अस्सलाम।